ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਿਆਰਿਓ, ਮੈਂ ਮੂਰਖ ਜੀਵ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਮਰਪਣ ਕੀ ਹੁੰਦਾ ਹੈ। ਸਤਿਗੁਰੂ ਜੀ ਦੇ ਪਿਆਰਿਓ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ, ਮਾਫ ਕਰਨਾ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹਨ, ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਗੁਰਮੁਖੋ, ਇਹ ਸਤਿਗੁਰੂ ਜੀ ਨੇ ਪੰਕਤੀਆਂ ਬਖਸ਼ਿਸ਼ ਕੀਤੀਆਂ ਹਨ ਸਮਰਪਣ ਵਾਸਤੇ। ਸਮਰਪਣ ਕਿਸ ਨੂੰ ਆਖਦੇ ਹਨ ਗੁਰਮੁਖੋ? ਸਮਰਪਣ ਬਹੁਤ ਵੱਡੀ ਅਵਸਥਾ ਹੈ ਗੁਰਮੁਖੋ। ਸਮਰਪਣ ਦੇ ਵਿੱਚ ਆਪਣੇ ਮਨ ਦਾ ਕੱਲਾ ਕੱਲਾ ਫੁਰਨਾ, ਕੱਲਾ ਕੱਲਾ ਭਾਵ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖਣਾ ਹੁੰਦਾ ਹੈ ਗੁਰਮੁਖੋ, ਅਤੇ ਆਪਣੇ ਕੀਤੇ ਔਗਣਾਂ ਨੂੰ, ਆਪਣੇ ਕੀਤੇ ਗੁਨਾਹਾਂ ਨੂੰ ਕਬੂਲ ਕਰਨਾ ਹੁੰਦਾ ਹੈ ਕਿ ਹੇ ਵਾਹਿਗੁਰੂ, ਹੇ ਅਕਾਲ ਪੁਰਖ ਜੀਓ, ਆਪ ਜੀ ਨੇ ਇਸ ਸ੍ਰਿਸ਼ਟੀ ਨੂੰ ਰਚਨਾ ਕੀਤਾ ਹੈ ਅਤੇ ਆਪ ਜੀ ਨੇ ਮਾਇਆ ਨੂੰ ਪੈਦਾ ਕਰਨਾ ਕੀਤਾ ਹੈ। ਵਾਹਿਗੁਰੂ, ਹੇ ਵਾਹਿਗੁਰੂ, ਆਪ ਜੀ ਦੀ ਮਾਇਆ ਬੜੀ ਬੇਅੰਤ ਆਪ ਜੀ ਨੇ ਬਣਾਈ ਹੈ। ਸੋ ਮੈਂ ਜੀਵ ਨੇ ਇਸ ਮਾਇਆ ਦੇ ਅਧੀਨ ਹੋ ਕੇ ਬਹੁਤ ਗਲਤੀਆਂ ਕਰ ਲਈਆਂ ਹਨ, ਬਹੁਤ ਭੁੱਲਾਂ ਅਤੇ ਚੁੱਕਾਂ ਹੋ ਗਈਆਂ ਹਨ। ਹੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਮਾਤਾ ਅਤੇ ਪਿਤਾ ਦੀ ਨਿਆਈ ਹੋ, ਸੋ ਆਪ ਜੀ ਕਿਰਪਾ ਕਰਕੇ ਮੇਰੇ ਔਗੁਣ ਬਖਸ਼ ਲਓ, ਪਿਛਲੇ ਔਗੁਣ ਬਖਸ਼ ਲਏ, ਪ੍ਰਭੂ ਆਗਿਆ ਮਾਰਗ ਭਾਵੈ। ਸੋ ਗੁਰੂ ਦੇ ਪਿਆਰਿਓ, ਸਭ ਤੋਂ ਪਹਿਲਾਂ ਤਾਂ ਜੀਵਨ ਦੀਆਂ ਜਿੰਨੀਆਂ ਵੀ ਗਲਤੀਆਂ ਕੀਤੀਆਂ ਹਨ, ਜਿਤਨੀਆਂ ਵੀ ਭੁੱਲਾਂ ਜਾਣੇ ਅਣਜਾਣੇ ਅਤੇ ਹਉਮੈ ਦੇ ਵਸ ਹੋਈਆਂ ਹਨ, ਗੁਰੂ ਕਿਉ ਸਿੱਖੋ, ਸਭ ਤੋਂ ਪਹਿਲਾਂ ਆਪਾਂ ਸਾਰਿਆਂ ਨੇ ਨਿਮਾਣੇ ਹੋ ਕੇ ਉਹ ਮੁਆਫੀਆਂ ਮੰਗਣੀਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ। ਜਦੋਂ ਅਸੀਂ ਮਨ ਕਰਕੇ ਮੁਆਫੀਆਂ ਮੰਗ ਲਈਆਂ ਗੁਰਮੁਖੋ, ਸਾਡਾ ਹਿਰਦਾ ਅੰਦਰੋਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਢਹਿ ਢੇਰੀ ਹੋ ਗਿਆ, ਨੇਤਰ ਜਲ ਨਾਲ ਭਰ ਗਏ ਅਤੇ ਉਸ ਤੋਂ ਬਾਅਦ ਵਿੱਚ ਸਤਿਗੁਰੂ ਸਾਡੇ ਉੱਤੇ ਬਖਸ਼ਿਸ਼ ਦਾ ਰਸਤਾ ਖੋਲ ਦੇਣਗੇ। ਸਤਿਗੁਰੂ ਮਹਾਰਾਜ ਕੀ ਹੁਕਮ ਕਰਦੇ ਹਨ ਕਿ ਜਿਨ੍ਹਾਂ ਗੁਰਸਿੱਖਾਂ ਤੋਂ ਵੀ ਜੇ ਗਲਤੀਆਂ ਹੋ ਗਈਆਂ ਹਨ, ਜਿਨ੍ਹਾਂ ਨੇ ਪਹਿਲਾਂ ਅੰਮ੍ਰਿਤਪਾਨ ਕੀਤਾ ਸੀ, ਉਹਨਾਂ ਤੋਂ ਕੋਈ ਗਲਤੀਆਂ ਕਰਹਿਤਾ ਹੋ ਗਏ ਹਨ, ਸਾਡੇ ਵਰਗੇ ਮੂਰਖਾਂ ਤੋਂ ਵੀ ਹੋ ਜਾਂਦੀਆਂ ਹਨ ਗੁਰਮੁਖੋ। ਆਪਾਂ ਸਾਰੇ ਹੀ ਗਲਤੀਆਂ ਦੇ ਪੁਤਲੇ ਹਾਂ। ਸੋ ਆਪਾਂ ਸਭ ਤੋਂ ਪਹਿਲਾਂ ਪੰਜ ਪਿਆਰੇ ਸਾਹਿਬਾਨ ਜੀ ਦੇ ਕੋਲੇ ਜਾ ਕੇ ਆਪਣੀਆਂ ਸਾਰੀਆਂ ਹੀ ਗਲਤੀਆਂ ਦੱਸਣੀਆਂ ਹਨ ਗੁਰਮੁਖੋ। ਫਿਰ ਉੱਥੇ ਸਾਨੂੰ ਦੁਬਾਰਾ ਅੰਮ੍ਰਿਤ ਛਕਾਇਆ ਜਾਏਗਾ, ਸਾਨੂੰ ਤਨਖਾਹ ਲਾਈ ਜਾਏਗੀ ਗੁਰਮੁਖੋ। ਉਹ ਤਨਖਾਹ ਪੂਰੀ ਕਰਕੇ ਫਿਰ ਅਸੀਂ ਆਪਣੇ ਪਾਪਾਂ ਤੋਂ ਸੁਰਖਰੂ ਹੁੰਨੇ ਹਾਂ, ਜੇ ਅਸੀਂ ਮਨ ਕਰਕੇ ਸਤਿਗੁਰੂ ਮਹਾਰਾਜ ਜੀ ਤੋਂ ਆਪਣੀ ਖਿਮਾ ਮੰਗਦੇ ਹਾਂ। ਸੋ ਗੁਰੂ ਜੀ ਦੇ ਪਿਆਰਿਓ, ਇਸ ਤੋਂ ਅੱਗੇ ਜੋ ਰਸਤਾ ਸ਼ੁਰੂ ਹੁੰਦਾ ਹੈ ਸਮਰਪਣ ਦਾ, ਇਸ ਤੋਂ ਅੱਗੇ ਜੀਵਨ ਦੇ ਵਿੱਚ ਆਪਣਾ ਸਾਰਾ ਕਾਰਜ, ਸਾਰੀਆਂ ਚਿੰਤਾਵਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖਣੀਆਂ ਹਨ ਗੁਰਮੁਖੋ। ਸੋ ਸਤਿਗੁਰੂ ਜੀ ਦਾ ਭੈ ਮੰਨਣਾ ਹੈ ਹਰ ਵੇਲੇ, ਹਰ ਵੇਲੇ ਇਹ ਮੰਨਣਾ ਹੈ ਕਿ ਗੁਰੂ ਮੈਨੂੰ ਦੇਖ ਰਿਹਾ ਹੈ, ਬੰਦਗੀ ਕਰਨੀ ਹੈ। ਸਤਿਗੁਰੂ ਮਹਾਰਾਜ ਜੀ ਦਾ ਹੁਕਮ ਹੈ 2.5 ਘੰਟੇ ਆਪਾਂ ਦਸਵੰਧ ਕੱਢਣਾ ਹੈ ਇੱਕ ਦਿਨ ਦਾ ਸਿਮਰਨ ਦਾ ਗੁਰਮੁਖੋ। ਚਾਹੇ ਨਿਤਨੇਮ ਕਰੀਏ, ਬਾਣੀ ਪੜ੍ਹੀਏ ਜਾਂ ਆਪਾਂ ਸਿਮਰਨ ਕਰੀਏ। ਸੋ ਇਸ ਤਰ੍ਹਾਂ ਕਰਕੇ ਆਪਾਂ 2.5 ਘੰਟੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲਾਉਣੇ ਹਨ ਗੁਰਮੁਖੋ। ਅਤੇ ਜੋ ਵੀ ਸੇਵਾ ਅਤੇ ਸਿਮਰਨ ਕਰਨਾ ਹੈ ਉਹ ਬਿਲਕੁਲ ਨਿਮਾਣੇ ਹੋ ਕੇ ਕਰਨਾ ਹੈ। ਮਨ ਵਿੱਚ ਇਹ ਭਾਵ ਨਾ ਲੈ ਕੇ ਆਉਣਾ ਕਿ ਵਾਹ, ਮੈਂ ਤਾਂ ਹੁਣ ਸਿਮਰਨ ਕਰਨ ਲੱਗ ਗਿਆ ਹਾਂ, ਮੈਂ ਤਾਂ ਇੰਨੀ ਬਾਣੀ ਪੜਨ ਲੱਗ ਗਿਆ, ਮੈਂ ਤਾਂ ਬਖਸ਼ਿਆ ਗਿਆ ਹਾਂ। ਨਹੀਂ ਗੁਰਮੁਖੋ, ਬਖਸ਼ਿਸ਼ ਦੀ ਨਿਸ਼ਾਨੀ ਇੱਕੋ ਹੀ ਹੈ, ਜਦੋਂ ਆਤਮਾ ਦਾ ਗਿਆਨ ਪੈਦਾ ਹੋ ਜਾਂਦਾ ਹੈ, ਅੰਦਰ, ਆਪਣੇ ਅੰਦਰ ਅਤੇ ਬਾਹਰ ਅਕਾਲ ਪੁਰਖ ਵਾਹਿਗੁਰੂ ਹੀ ਭਾਸਦਾ ਹੈ ਅਤੇ ਬਿਨਾਂ ਕਿਸੇ ਖੁਸ਼ੀ ਤੋਂ ਅੰਦਰ ਖੁਸ਼ੀ ਬਣੀ ਰਹੇ, ਅਕਾਲ ਪੁਰਖ ਦੀ ਕਿਰਪਾ ਹਰ ਪਲ ਮਹਿਸੂਸ ਹੋਵੇ, ਸੁੱਤੇ ਹੋਏ ਜਾਗਦੇ ਹੋਏ ਅਕਾਲ ਪੁਰਖ ਦੀ ਪ੍ਰਤੀਤ ਬਣੀ ਰਹੇ, ਸਤਿਗੁਰੂ ਜੀ ਦੀ ਦਇਆ ਬਣੀ ਰਹੇ, ਇਸ ਨੂੰ ਕਿਰਪਾ ਆਖਦੇ ਹਨ। ਅਤੇ ਇਸੇ ਤਰ੍ਹਾਂ ਆਪਾਂ ਇਸ ਖੁਸ਼ੀ ਨੂੰ ਪ੍ਰਾਪਤ ਕਰ ਸਕਦੇ ਹਾਂ ਸਮਰਪਣ ਕਰਕੇ। ਸਮਰਪਣ ਦੇ ਵਿੱਚ ਹਉਮੈ ਨਹੀਂ ਜਤਾਉਣੀ, ਸਿਰਫ ਆਪਣੀਆਂ ਕੀਤੀਆਂ ਗਲਤੀਆਂ ਬਾਰ-ਬਾਰ ਗੁਰੂ ਤੋਂ ਖਿਮਾ ਮੰਗਣੀ ਹੈ, ਕਿਉਂਕਿ ਇੱਕ ਗਲਤੀ ਕਰਕੇ ਮੂਲੇ ਖੋਤਰੀ ਨੂੰ 250 ਜਨਮ ਪਿੱਛੇ ਜਾਣਾ ਪੈ ਗਿਆ ਸੀ ਗੁਰਮੁਖੋ। ਕਿਤਨੇ ਜਨਮਾਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਨੂੰ ਜਦੋਂ ਤੀਰ ਮਾਰਿਆ ਤਾਂ ਮੁਕਤ ਕੀਤਾ ਗੁਰਮੁਖੋ। ਸੋ ਉਸਨੇ ਤਾਂ ਫਿਰ ਵੀ ਸਤਿਗੁਰੂ ਮਹਾਰਾਜ ਜੀ ਦੀ ਸਰੀਰਕ ਤੌਰ ਤੇ ਸੰਗਤ ਕੀਤੀ ਸੀ। ਆਪਾਂ ਤਾਂ ਸਤਿਗੁਰੂ ਦੀ ਇੰਨੀ ਸੇਵਾ ਵੀ ਨਹੀਂ ਕਰਦੇ ਗੁਰਮੁਖੋ, ਆਪਾਂ ਤਾਂ ਹਰ ਪਲ ਗੁਨਾਹ ਕਰਦੇ ਹਾਂ ਅਤੇ ਉਹਨਾਂ ਨੂੰ ਮੰਨਦੇ ਵੀ ਨਹੀਂ ਹਾਂ ਗੁਰਮੁਖੋ। ਪਰ ਜਿਹੜੀਆਂ ਰੂਹਾਂ ਸਤਿਗੁਰੂ ਜੀ ਨੇ ਇੱਥੇ ਭੇਜੀਆਂ ਹਨ ਸੰਸਾਰ ਦੇ ਉੱਤੇ, ਉਹ ਸਾਰੀਆਂ ਹੀ ਗੁਨਹਗਾਰ ਹਨ, ਤਾਂ ਹੀ ਆਪਾਂ ਇੱਥੇ ਬਾਰ-ਬਾਰ ਜਨਮ ਲੈ ਰਹੇ ਹਾਂ ਅਤੇ ਮਰ ਰਹੇ ਹਾਂ ਗੁਰਮੁਖੋ। ਸੋ ਸਭ ਤੋਂ ਪਹਿਲਾਂ ਆਪਣੀਆਂ ਭੁੱਲਾਂ ਦੀ ਖਿਮਾ ਮੰਗਣੀ ਹੈ, ਉਸ ਤੋਂ ਅੱਗੇ ਸਮਰਪਣ ਦਾ ਰਸਤਾ, ਹਰ ਪਲ ਸਿਮਰਨ ਚ ਰਹਿ ਕੇ ਸ਼ੁਕਰ ਕਰਨਾ ਹੈ।
ਇਹ ਰਸਤਾ ਹੈ ਗੁਰਮੁਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।